श्री वाहिगुरु जी। धन धन संपै सुख दियो, हर जिह नीके धाम। कहो नानक सुन रे मना, सिमरत काहे न राम। सब सुख दाता राम है, दूसर नाहिन कोई। कहो नानक सुन रे मना, ते सिमरत गत होए। सब सुख दाता राम है, दूसर नाहिन कोई। कहो नानक सुन रे मना, तेह सिमरत गत होए। वाहिगुरु जी का खालसा, वाहिगुरु जी की फतेह। हाजरा हजूर जहरा जहूर, चवर छतर तख्त अते बख्त दे मालक, दो जहान वाली, हालत पालत के रक्षक, लोक परलोक के सहायक, हाजर नाजर दसां पातशाहियां दे आत्मिक स्वरूप, जुगो जुग अटल, पतत पावन कृपा निधान, सद बख्शंद मेहरबान, दयालु कृपालु दीना बंधु सतगुरु धन गुरु गुरु ग्रंथ साहिब महाराज जी की पावन पवित्र हजूरी अंदर सतगुरां दे पावन दरबार दीयां हाजरियां भर रही गुरु प्यारी गुरु सवारी खालसा साध संगत जीओ। बड़भागे हाँ, अमृत वेले गुर चरनां विच जुड़ बैठण दा सुभाग प्राप्त होया है। अमृत वेले तो सेवा सिमरन करके बाणी पढ़ सुन के जीवन का लाहा प्राप्त किया है, सवासां नूं सफलियां बनाया है। सतगुरां दी अपार बख्शिश रहमतां दा सदका अमृतमयी गुरबाणी की लड़ीवार विचार चल रही है। आओ गुरबाणी की पावन विचार दे नाल जुड़िए, मन हिरदिਆਂ ਨੂੰ करिए शुद्ध, रसना ਨੂੰ करिए पवित्र। समूह संगत उचारण करो जी, सतनाम श्री वाहिगुरु, सतनाम श्री वाहिगुरु। धन धन संपै सुख दियो, हर जिह नीके धाम। नौवें पातशाह हिंद दी चादर तिलक जंजू दे राखे, धन 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 साहिब श्री गुरु तेग बहादुर महाराज जी पावन रसना तो पावन पवित्र दरगाही वचन उचारण कर रहे हैं। गरीब नवाज साढ़े कलयुग जीवां उपर परोपकार करते हुए सानू एक अकाल पुरख वाहिगुरु परमेश्वर के चरनां दे नाल जोड़ते हुए पावन पवित्र अमृतमयी रब्बी बाणी तुरकी बाणी उचारण कर रहे हैं। गरीब नवाज सतगुरु जी वचन करते हैं, धन धन संपै सुख दियो, हर जिह नीके धाम। धन तो भावे शरीर, धन रुपए, संपै संपता जायदाद सुख, अनेकां प्रकार के जीवन के सुख दियो जिस वाहिगुरु ने बख्शे हैं। अर अते जिहे नीके धाम, धाम तो भाव घर, निवास अस्थान, जिथे असी निवास करते हैं, जिथे असी रहिंदे हैं,
ਉਹ ਵਾਹਿਗੁਰੂ ਪਰਮੇਸ਼ਰ ਨੇ ਸੋਹਣੇ ਘਰ, ਸੋਹਣੇ ਤੈਨੂੰ ਧਾਮ, ਨੀਕੇ ਸੁੰਦਰ ਮਹਿਲ ਬਾਣੀਆਂ ਬਖਸ਼ੀਆਂ। ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨ ਰਾਮ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਹਨ, ਹੇ ਮਨਾ ਸੁਣ, ਸਿਮਰਤ ਕਾਹੇ ਨ ਰਾਮ। ਤੂੰ ਕਾਹਦੇ ਵਾਸਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਨਹੀਂ, ਉਹਨੂੰ ਯਾਦ ਨਹੀਂ ਕਰਦਾ। ਦੇਖ ਤੇਰੇ ਤੇ ਕਿੰਨੀਆਂ ਰਹਿਮਤਾਂ ਬਰਸਾਈਆਂ। ਉਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸਾਰਾ ਸੁੱਖ ਸਹੂਲਤਾਂ ਦਿੱਤੀਆਂ, ਕਿਉਂਕਿ ਸੰਸਾਰ ਦੇ ਵਿੱਚ ਸੰਸਾਰੀ ਤੌਰ 'ਤੇ ਇਹ ਪਦਾਰਥ ਇਕੱਠੇ ਹੋ ਜਾਂਦੇ ਹਨ, ਧਨ ਦੌਲਤ ਇਕੱਠੀ ਹੋ ਜਾਂਦੀ ਹੈ, ਬਹੁਤ ਸਾਰੀ ਜਾਇਦਾਦ ਪ੍ਰਾਪਰਟੀ ਵੀ ਬਣ ਜਾਂਦੀ ਹੈ, ਅਤੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਅਸੀਂ ਵੇਖਦੇ ਹਾਂ ਵੱਡੇ ਵੱਡੇ ਧਨੀ ਲੋਕ ਜਿਨ੍ਹਾਂ ਕੋਲੇ ਬੇਅੰਤ ਧਨ ਪਿਆ ਹੈ, ਉਹ ਬੜੇ ਦੁਖੀ ਹਨ। ਇਹ ਸਰੀਰ ਵੀ ਮਿਲ ਗਿਆ, ਤੰਦਰੁਸਤ ਸਰੀਰ ਵੀ ਮਿਲ ਗਿਆ, ਧਨ ਵੀ ਇਕੱਠਾ ਕਰ ਲਿਆ, ਅਤੇ ਬਹੁਤ ਸਾਰੀ ਪ੍ਰਾਪਰਟੀ ਜਾਇਦਾਦ ਵੀ ਮਿਲ ਗਈ, ਪਰ ਸੁੱਖ ਨਹੀਂ ਪ੍ਰਾਪਤ ਹੋਇਆ। ਕਿਉਂਕਿ ਸੁੱਖ ਜਿਹੜਾ ਹੈ ਇਹ ਮਨ ਦਾ ਸੁੱਖ ਹੈ। ਜਦੋਂ ਮਨ ਸੁਖੀ ਹੋ ਗਿਆ ਤੇ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਮਨ ਤਾਂ ਇਹਨਾਂ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਚਿੰਤਾ ਦੇ ਵਿੱਚ ਅਸ਼ਾਂਤ ਹੈ, ਦੁਖੀ ਹੈ, ਭੁੱਜ ਰਿਹਾ ਹੈ। ਚਾਹੇ ਬੈਂਕਾਂ ਦੇ ਵਿੱਚ ਕਰੋੜਾਂ ਰੁਪਈਆ ਪਿਆ ਹੈ, ਪਰ ਧਨ ਦੇ ਚਲੇ ਜਾਣ ਦੀ ਚਿੰਤਾ ਹੈ, ਸੰਸਾਰ ਦੀ ਪ੍ਰਭਤਾ ਚਲੀ ਜਾਣ ਦੀ ਚਿੰਤਾ ਹੈ। ਚਾਹੇ ਜਿੰਨੀ ਮਰਜ਼ੀ ਜਾਇਦਾਦ ਪ੍ਰਾਪਰਟੀ ਹੈ, ਚਿੰਤਾ ਬਣੀ ਹੈ ਕੋਈ ਕਬਜ਼ਾ ਨਾ ਕਰ ਲਵੇ, ਕਿਧਰੇ ਕੋਈ ਟੈਕਸ ਦਾ ਵੀ ਡਰ ਬਣਿਆ, ਕੋਈ ਸਰਕਾਰੀ ਟੈਕਸ ਨਾ ਪਾਇਆ ਜਾਵੇ, ਚਿੰਤਾ ਵੜ ਖਾਂਦੀ ਹੈ। ਫਿਰ ਘਰ ਦੀ ਚਿੰਤਾ, ਬਾਲ ਬੱਚਿਆਂ ਦੀ ਚਿੰਤਾ। ਉਹ ਵਾਹਿਗੁਰੂ ਪਰਮੇਸ਼ਰ ਦਾ ਕਦੇ ਸਿਮਰਨ ਨਹੀਂ ਕੀਤਾ, ਇਸ ਚਿੰਤਾ ਦੇ ਵਿੱਚ ਡੁੱਬ ਰਿਹਾ। ਜਿਹਨੇ ਤੈਨੂੰ ਤੰਦਰੁਸਤ ਸਰੀਰ ਵੀ ਦਿੱਤਾ, ਜਿਹਨੇ ਤੈਨੂੰ ਧਨ ਦੌਲਤ ਵੀ ਦਿੱਤੀ, ਪ੍ਰਾਪਰਟੀ ਵੀ ਦਿੱਤੀ, ਮਨ ਦਾ ਸੁੱਖ ਵੀ ਦਿੱਤਾ, ਘਰ ਮਹਿਲ ਮਾੜੀਆਂ ਵੀ ਦਿੱਤੀਆਂ। ਸੁਣ ਰੇ ਮਨਾ, ਇਹ ਮਨਾ ਸੁਣ, ਸਿਮਰਤ ਕਾਹੇ ਨਾ ਰਾਮ। ਤੂੰ ਕਿਸ ਵਾਸਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਨਹੀਂ। ਸਤਿਗੁਰਾਂ ਨੇ ਕੱਲ੍ਹ ਦੇ ਸ਼ਬਦ ਦੇ ਅੰਦਰ ਵੀ ਸਾਨੂੰ ਇਹ ਉਪਦੇਸ਼ ਦਿੱਤਾ ਸੀ, ਤਨ ਧਨ ਜਿਹੇ ਤੋ ਕੋ ਦਿਓ ਤਾਂ ਸਿਓ ਨਿਹੁ ਨ ਕੀਨ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਤਨ ਧਨ ਦਿੱਤਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੂੰ ਨਹੀਂ ਪ੍ਰੇਮ ਨਹੀਂ ਬਣਾਇਆ। ਅੱਜ ਵੀ ਸਤਿਗੁਰੂ ਜੀ ਸਾਨੂੰ ਇਹੋ ਉਪਦੇਸ਼ ਬਖਸ਼ਦੇ ਹਨ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਦੇਖ ਤੈਨੂੰ ਸੁੰਦਰ ਸਰੀਰ ਬਖਸ਼ਿਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ। ਸੋ ਸਹੁ ਬਿੰਦ ਨ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੁ। ਉਹ ਵਾਹਿਗੁਰੂ ਪਰਮੇਸ਼ਰ ਦਾ ਤੈਨੂੰ ਇੱਕ ਬਿੰਦ ਭਰ ਵੀ ਅੱਖ ਚਮਕਣ ਜਿੰਨਾ ਸਮਾਂ ਵੀ ਵਿਸਰਨਾ ਨਹੀਂ ਚਾਹੀਦਾ, ਕਿਉਂਕਿ ਜਿਨ ਸੁੰਦਰ ਰਚਿਆ ਦੇਹੁ, ਜਿਸ ਨੇ ਸੁੰਦਰ ਦੇਹ ਰਚੀ ਹੈ, ਇਹ ਸਰੀਰ ਸੁੰਦਰ ਸੰਪੂਰਨ ਦੇਹ ਤੈਨੂੰ ਬਖਸ਼ੀ ਹੈ, ਉਹ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਵਿਸਾਰ ਛੱਡਿਆ, ਉਹਨੂੰ ਯਾਦ ਹੀ ਨਹੀਂ ਕਰਦਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਤੂੰ ਯਾਦ ਨਹੀਂ ਕੀਤਾ, ਕਿਉਂਕਿ ਜਿਹੜਾ ਅਸੀਂ ਸੰਸਾਰੀ ਤੌਰ 'ਤੇ ਦੇਖੀਏ, ਜੇ ਕੋਈ ਸਾਡੀ ਮਦਦ ਕਰ ਦੇਵੇ, ਸਾਡੇ ਮਨ ਭਾਉਂਦੇ ਜਿਹੜੇ ਸੁਪਨੇ ਹਨ ਉਹ ਕੋਈ ਪੂਰੇ ਕਰ ਦੇਵੇ, ਧਨ ਦੌਲਤ ਦੇ ਦੇਵੇ, ਜੀਵਨ ਭਰ ਅਸੀਂ ਉਹਦਾ ਆਸਾਨ ਨਹੀਂ ਭੁਲਾਉਂਦੇ।
ਅਸੀਂ ਯਾਦ ਕਰਦੇ ਚਿੱਤ ਦੇ ਵਿੱਚ ਚੇਤੇ ਕਰਦੇ ਰਹਿੰਦੇ ਹਾਂ ਕਿ ਆਹ ਜਿਹੜਾ ਪਦਾਰਥ ਆ, ਜਿਹੜਾ ਧਨ ਹੈ, ਆਹ ਜਿਹੜੀ ਜੀ ਪ੍ਰਾਪਰਟੀ ਹੈ, ਇਹ ਫਲਾਣੇ ਬੰਦੇ ਨੇ ਦਿੱਤੀ ਹੈ। ਅਸੀਂ ਵਾਰ-ਵਾਰ ਯਾਦ ਕਰਦੇ ਰਹਿੰਦੇ ਹਾਂ। ਅਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਕਿੰਨੇ ਪਦਾਰਥ ਦਿੱਤੇ। ਉਹ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸੁੰਦਰ ਸਰੀਰ ਦਿੱਤਾ, ਧਨ ਦੌਲਤ ਦਿੱਤੀ, ਜਾਇਦਾਦ ਦਿੱਤੀ, ਮਨ ਦਾ ਸੁੱਖ ਦਿੱਤਾ। ਕਦੇ ਯਾਦ ਹੀ ਨਹੀਂ ਕੀਤਾ ਉਸ ਵਾਹਿਗੁਰੂ ਪਰਮੇਸ਼ਰ ਨੂੰ। ਜੀਓ ਪ੍ਰਾਣ ਧਨ ਧਨ ਦੀਓ ਦੀਨੇ ਰਸ ਭੋਗ। ਦੇਖ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ। ਜੀਓ ਜਿੰਦ ਪ੍ਰਾਣ ਤਨ, ਇਹ ਤਨ ਸਾਜ ਕੇ, ਸਰੀਰ ਸਾਜ ਕੇ ਇਹਦੇ ਵਿੱਚ ਜੀਓ ਜਿੰਦ ਪਾਈ। ਜਿੰਦ ਪਾ ਕੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਫਿਰ ਬਾਜਾ ਪਵਨ ਦਾ ਬਾਜਾ ਵਜਾ ਦਿੱਤਾ, ਹਵਾ ਸਵਾਸ ਚਲਾ ਦਿੱਤੇ। ਇਹ ਉਹਦੀ ਕਿਰਪਾ ਹੋਈ ਹੈ। ਇਹ ਦਾਤ ਕਿਤੋਂ ਨਹੀਂ ਮਿਲ ਸਕਦੀ। ਇਹ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਨੇ ਸਰੀਰ ਵਿੱਚ ਚਲਾਏ ਹਨ। ਬੜੇ ਬੱਚੇ ਅਜਿਹੇ ਜਨਮ ਲੈਂਦੇ ਹਨ ਜਿਨ੍ਹਾਂ ਦਾ ਸਰੀਰ ਸੰਪੂਰਨ ਬਣਿਆ ਹੁੰਦਾ ਹੈ, ਪਰ ਉਹਨਾਂ ਦੇ ਸਵਾਸ ਅੰਦਰ ਨਹੀਂ ਚੱਲਦੇ। ਸਵਾਸ ਨਾ ਚੱਲਣ ਕਰਕੇ ਉਹਨਾਂ ਦੀ ਮਰਿਆ ਹੋਇਆਂ ਦਾ ਹੀ ਜਨਮ ਹੁੰਦਾ ਹੈ। ਵਾਹਿਗੁਰੂ ਪਰਮੇਸ਼ਰ ਨੇ ਕਿੱਡੀ ਕਿਰਪਾ ਕੀਤੀ। ਸੁੰਦਰ ਸਰੀਰ ਜਚ ਕੇ ਇਹਦੇ ਵਿੱਚ ਜੀਓ ਜਿੰਦ ਪਾ ਕੇ ਇਹਦੇ ਵਿੱਚ ਪ੍ਰਾਣ ਚਲਾ ਦਿੱਤੇ, ਸਵਾਸ ਚਲਾ ਦਿੱਤੇ। ਧਨ ਦੀਓ, ਫਿਰ ਵਰਤਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਧਨ ਦੌਲਤ ਦਿੱਤਾ। ਦੀਨੇ ਰਸ ਭੋਗ, ਅਨੇਕਾਂ ਤਰ੍ਹਾਂ ਦੇ ਤੈਨੂੰ ਰਸ ਖਾਣ ਪੀਣ ਵਾਸਤੇ, ਭੋਗਣ ਵਾਸਤੇ ਦਿੱਤੇ। ਅਤੇ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ, ਤੈਨੂੰ ਘਰ ਬਾਰ ਦਿੱਤੇ, ਪੱਕੇ ਮਕਾਨ ਦਿੱਤੇ। ਅਤੇ ਤੇਰੇ ਆਵਾਜਾਈ ਵਾਸਤੇ ਤੈਨੂੰ ਵਧੀਆ ਸਾਧਨ ਦਿੱਤੇ, ਵਧੀਆ ਗੱਡੀਆਂ ਦਿੱਤੀਆਂ। ਅਤੇ ਰਚ ਭਲੇ ਸੰਜੋਗ, ਉਸ ਵਾਹਿਗੁਰੂ ਪਰਮੇਸ਼ਰ ਨੇ ਭਲੇ ਚੰਗੇ ਸੰਜੋਗ ਪੈਦਾ ਕੀਤੇ। ਸੁਤ ਬਿਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ, ਉਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਪੁੱਤਰ ਧੀ ਬਖਸ਼ੇ, ਔਲਾਦ ਦਿੱਤੀ। ਬਿਨਤਾ ਇਸਤਰੀ, ਸਾਜਨ ਸੱਜਣ ਮਿੱਤਰ, ਭਰਾਵਾਂ ਵਰਗੇ ਸੱਜਣ ਮਿੱਤਰ ਤੈਨੂੰ ਬਖਸ਼ੇ। ਸੇਵਕ ਦਿੱਤੇ ਤੇਰੀ ਸੇਵਾ ਕਰਨ ਵਾਸਤੇ। ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਪ੍ਰਭ ਦੇਵਨ ਜੋਗ, ਵਾਹਿਗੁਰੂ ਪਰਮੇਸ਼ਰ ਸਾਰੀਆਂ ਦਾਤਾਂ ਦੇਣ ਯੋਗ ਹੈ। ਹਰ ਸਿਮਰਤ ਮਨ ਤਨ ਹਰਿਆ ਹੋਆ, ਲੈ ਜਾਏ ਵਿਜੋਗ। ਹਰੀ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਤਨ ਤੇ ਮਨ ਹਰਿਆ ਹੋ ਜਾਂਦਾ ਹੈ। ਮਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਹਰਿਆ ਭਰਿਆ ਹੋ ਜਾਂਦਾ ਹੈ, ਜਿਹੜਾ ਕਿ ਪਾਪਾਂ ਦੇ ਨਾਲ, ਵਿਕਾਰਾਂ ਦੇ ਨਾਲ, ਈਰਖਾ ਦੀ ਅੱਗ ਦੇ ਨਾਲ, ਵਿਕਾਰਾਂ ਦੀ ਅੱਗ ਦੇ ਨਾਲ ਸੜਿਆ ਪਿਆ। ਪਰਮਾਤਮਾ ਦੇ ਨਾਮ ਦਾ ਜਲ ਪੈਣ ਦੇ ਨਾਲ ਹਰਿਆ ਭਰਿਆ ਹੋ ਜਾਂਦਾ ਹੈ। ਅਤੇ ਜਦੋਂ ਮਨ ਹਰਿਆ ਭਰਿਆ ਹੋ ਗਿਆ, ਇਸ ਹਰੇ ਭਰੇ ਮਨ ਨੇ ਇਸ ਤਨ ਨੂੰ ਵੀ ਜਗਾ ਲਿਆ, ਜਿਹੜਾ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ, ਵਿਕਾਰਾਂ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ। ਮਨ ਨੇ ਤਨ ਵੀ ਹਰਿਆ ਭਰਿਆ ਕਰ ਦਿੱਤਾ। ਸਾਧ ਸੰਗ ਹਰ ਗੁਣ ਰਮਹੋ, ਬਿਨਸੈ ਸਭ ਰੋਗ। ਇਸ ਕਰਕੇ ਸਤਿਗੁਰੂ ਜੀ ਆਖਦੇ ਹਨ ਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾ। ਜੇ ਤੈਨੂੰ ਕਿੰਨੇ ਪਦਾਰਥ ਉਸ ਵਾਹਿਗੁਰੂ ਪਰਮੇਸ਼ਰ ਨੇ ਬਖਸ਼ੇ ਹਨ, ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਆ ਕਰ, ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ। ਜਿਹਨੇ ਇਹਨੇ ਦਾਤਾਂ ਦਿੱਤੀਆਂ ਹਨ ਉਹਦਾ ਸ਼ੁਕਰਾਨਾ ਕਰਿਆ ਕਰ। ਇਹ ਵਾਹਿਗੁਰੂ ਤੂੰ ਮੈਨੂੰ ਬੇਅੰਤ ਦਾਤਾਂ ਦਿੱਤੀਆਂ ਹਨ। ਜਿੱਥੇ ਅਨੇਕਾਂ ਵਰਤਣ ਵਾਲੀਆਂ ਮੈਨੂੰ ਦਾਤਾਂ ਦਿੱਤੀਆਂ, ਉੱਥੇ ਹੀ ਵਾਹਿਗੁਰੂ ਤੂੰ ਮੈਨੂੰ ਸੁੰਦਰ ਮਕਾਨ ਦਿੱਤੇ, ਮਹਿਲ ਮਾੜੀਆਂ ਦਿੱਤੀਆਂ। ਅਤੇ ਉਹਦਾ ਸ਼ੁਕਰਾਨਾ ਕਰੀਏ। ਵਾਹਿਗੁਰੂ ਪਰਮੇਸ਼ਰ ਦਾ
ਸ਼ੁਕਰਾਨਾ ਕਰਦੇ ਹਾਂ, ਉਹਦੇ ਅੱਗੇ ਅਰਦਾਸਾਂ ਬੇਨਤੀਆਂ ਉਹਦੇ ਨਾਮ ਬਾਣੀ ਦੇ ਨਾਲ ਜੁੜੀਏ। ਜੇਕਰ ਇਹਨਾਂ ਪਦਾਰਥਾਂ ਦੇ ਨਾਲ ਅਸੀਂ ਜੁੜ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ ਤਾਂ ਭਗਤ ਬਾਬਾ ਫਰੀਦ ਜੀ ਆਖਦੇ ਹਨ, ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨ ਲਾਏ ਚਿਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿਤ। ਕਿ ਭਾਈ ਨਾ ਕੋਠੀਆਂ ਮੰਡਪ ਮਾੜੀਆਂ, ਕੋਠੇ ਜਿਹੜੇ ਹੁੰਦੇ ਹਨ ਕੱਚੇ, ਮੰਡਪ ਮਾੜੀਆਂ, ਉੱਚੇ ਉੱਚੀਆਂ ਮਹਿਲ ਅਟਾਰੀਆਂ ਪੱਕੀਆਂ, ਏਤ ਨ ਲਾਏ ਚਿਤ, ਇਹਨਾਂ ਨਾਲ ਚਿੱਤ ਨਾ ਜੋੜ। ਜਿਹੇ ਜਿਹੇ ਨੀਕੇ ਧਾਮ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸੋਹਣੇ ਪੱਕੇ ਮਕਾਨ ਦਿੱਤੇ, ਉਹਨਾਂ ਦੇ ਨਾਲ ਚਿੱਤ ਨਾ ਜੋੜ। ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰ। ਦੇਖ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋ ਸੀਮਿਤ। ਜਦੋਂ ਤੂੰ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਦਿੱਤਾ ਅਤੇ ਉਦੋਂ ਕਬਰ ਦੇ ਵਿੱਚ ਪਿਆ ਹੋਇਆ, ਤੇਰੇ ਤੇ ਬੇਅੰਤ ਅਤੋਲਵੀ, ਜਿਹੜੀ ਤੋਲੀ ਨਹੀਂ ਹੁੰਦੀ ਓਨੀ ਮਿੱਟੀ ਪਾ ਕੇ ਤੇਰੇ ਉੱਪਰ ਪਾ ਦੇਣੀ ਹੈ। ਕੋਈ ਨਾ ਹੋਸੀ ਮਿਤ, ਉੱਥੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਉਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਇੰਨੇ ਸੁੱਖ ਸਹੂਲਤਾਂ ਦਿੱਤੀਆਂ, ਉਹਨੂੰ ਯਾਦ ਕਰਿਆ ਕਰ, ਉਹਦਾ ਆਸਾਨ ਮੰਨਿਆ ਕਰ ਕਿ ਵਾਹਿਗੁਰੂ ਮੇਰੇ ਤੇ ਰਹਿਮਤਾਂ ਵਰਸਾਈਆਂ। ਇਹਨਾਂ ਦਾਤਾਂ ਦੇ ਨਾਲ ਜੁੜ ਕੇ ਦਾਤੇ ਨੂੰ ਨਾ ਵਿਸਾਰੀਏ। ਜਿਸ ਤਰ੍ਹਾਂ ਸਤਿਗੁਰੂ ਜੀ ਵਚਨ ਕਰਦੇ ਹਨ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਪਿਆਰੀ ਲੱਗਣ ਲੱਗ ਪਈ ਤੇ ਦਾਤਾਰ ਵਾਹਿਗੁਰੂ ਪਰਮੇਸ਼ਰ ਵਿਸਰ ਗਿਆ। ਪਹਿਲਾਂ ਅਸੀਂ ਅਰਦਾਸਾਂ ਬੇਨਤੀਆਂ ਕਰਦੇ, ਸਤਿਗੁਰੂ ਜੀ ਮਨ ਦਾ ਸੁੱਖ ਦਿਓ, ਮਨ ਦਾ ਸੁੱਖ ਦਿਓ। ਜਦੋਂ ਦਾਤ ਮਿਲ ਗਈ, ਧਨ ਦੌਲਤ ਮਿਲ ਗਈ, ਸੁੰਦਰ ਮਕਾਨ ਬਣ ਗਏ, ਤਾਂ ਉਹ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ। ਦਾਤ ਪਿਆਰੀ ਲੱਗਣ ਲੱਗ ਪਈ, ਇਹ ਸੁੰਦਰ ਮਕਾਨਾਂ ਦੇ ਮੋਹ ਦੇ ਵਿੱਚ ਦਾਤਾ ਭੁਲਾ ਦਿੱਤਾ, ਧਨ ਦੌਲਤ ਸੰਪਦਾ ਦੇ ਮੋਹ ਵਿੱਚ ਵਾਹਿਗੁਰੂ ਪਰਮੇਸ਼ਰ ਵਿਸਰ ਗਿਆ। ਐਸੀ ਸਾਡੀ ਹਾਲਤ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਰ ਵਾਹਿਗੁਰੂ ਪਰਮੇਸ਼ਰ ਵਿਸਾਰ ਦਿੱਤਾ। ਸੁੱਖ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਜੀ ਗੁਰਬਾਣੀ ਅੰਦਰ ਸਾਨੂੰ ਇੱਕ ਹੋਰ ਵਿਧੀ ਦੱਸਦੇ ਹਨ ਕਿ ਜੇਕਰ ਤੂੰ ਮਨ ਦਾ ਸੁੱਖ ਲੈਣਾ ਹੈ, ਤੈਨੂੰ ਸੁੱਖ ਕਿਵੇਂ ਮਿਲੇਗਾ। ਸਤਿਗੁਰੂ ਜੀ ਦੱਸਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਓ। ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੋ। ਉਸ ਵਾਹਿਗੁਰੂ ਪਰਮੇਸ਼ਰ ਨੂੰ ਦੀ ਯਾਦ ਨੂੰ ਮਨ ਚਿੱਤ ਹਿਰਦੇ ਵਿੱਚ ਵਸਾਉਣ ਦੇ ਨਾਲ ਹਰ ਸਮੇਂ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਸਾਡੇ ਮਨ ਚਿੱਤ ਹਿਰਦੇ ਵਿੱਚ ਯਾਦ ਰਹੇ। ਤਾਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਕਰਨ ਦੇ ਨਾਲ, ਸਿਮਰਨ ਦੀ ਬਰਕਤ ਦੇ ਨਾਲ, ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਰੱਖਣ ਦੀ ਬਰਕਤ ਦੇ ਨਾਲ ਕੀ ਹੋਵੇਗਾ, ਕਲ ਕਲੇਸ਼ ਕਲਪਨਾ ਤਨ ਮਾਹੇ ਮਿਟਾਵੋ, ਇਸ ਤਨ ਦੇ ਵਿੱਚੋਂ ਖਤਮ ਕਰ ਲਵੋ। ਕਿਉਂਕਿ ਮਨ ਨੂੰ ਦੁਖੀ ਕਰਨ ਵਾਲੀ ਕਲਪਨਾ ਹੈ। ਜਿੰਨੇ ਚਿੰਤਾ ਝੋਰੇ ਸਾਨੂੰ ਚੁੰਬੜੇ ਹੋਏ ਹਨ, ਅਸੀਂ ਕਲਪਨਾ ਦੇ ਵਿੱਚ ਪਏ ਹੋਏ ਹਾਂ। ਹਰ ਰੋਜ਼ ਦੁਖੀ ਹੁੰਦੇ ਹਾਂ, ਹਰ ਰੋਜ਼ ਅਸੀਂ ਦੁਖੀ ਹੁੰਦੇ ਹਾਂ, ਕਲਪਨਾ ਦੇ ਵਿੱਚ ਪਏ ਹੋਏ ਦੁਖੀ ਹੁੰਦੇ ਹਾਂ। ਮਨ ਦੁਖੀ ਹੈ, ਮਨ ਅਸ਼ਾਂਤ ਹੈ, ਮਨ ਭੜਕਦਾ ਹੈ। ਪਰ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਮਨ ਚਿੱਤ ਹਿਰਦੇ ਵਿੱਚ ਵਸ ਗਈ, ਫਿਰ ਕਲਪਨਾ, ਕਲਯੁਗ ਦੇ ਜਿੰਨੇ ਕਲੇਸ਼ ਝਗੜੇ ਝਮੇਲੇ ਸਾਰੇ ਖਤਮ ਹੋ ਜਾਂਦੇ ਹਨ। ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਦੇ ਵਿੱਚ ਜਿੰਨਾ ਚਿਰ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਕਲਪਨਾ ਦੇ ਵਿੱਚ ਪਏ ਰਹਿੰਦੇ ਹਾਂ, ਈਰਖਾ ਦੇ ਵਸ, ਵੈਰ ਵਿਰੋਧਤਾ ਦੇ ਵਸ ਦੇ ਵਿੱਚ ਪਏ ਰਹਿੰਦੇ ਹਾਂ। ਹੁਣੇ ਤੋਂ ਇੱਕ ਗੱਲ ਸਾਨੂੰ ਹੋਰ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਵੇਖਣਾ ਹੋਵੇ ਕਿ ਮੈਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹਾਂ ਕਿ ਨਹੀਂ ਕਰਦਾ, ਮੇਰੇ ਜੀਵਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ
ਨਾਮ ਬਾਣੀ ਦਾ ਸਿਮਰਨ ਵਸਿਆ ਹੈ ਕਿ ਨਹੀਂ, ਤਾਂ ਸਾਨੂੰ ਇਹ ਫਾਰਮੂਲਾ ਵੇਖ ਲੈਣਾ ਚਾਹੀਦਾ ਹੈ ਕਿ ਜੇਕਰ ਮੇਰੇ ਅੰਦਰੋਂ ਈਰਖਾ, ਦਵੈਸ਼, ਵੈਰ, ਵਿਰੋਧ ਖਤਮ ਹੋ ਗਿਆ ਤਾਂ ਸਮਝੋ ਮੇਰੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ। ਅਤੇ ਜੇਕਰ ਨਾਮ ਜਪਦਿਆਂ ਹੋਇਆਂ ਵੀ ਹਜੇ ਹਿਰਦੇ ਵਿੱਚ ਈਰਖਾ, ਦਵੈਸ਼, ਵੈਰ, ਵਿਰੋਧ ਹੈ, ਦੂਜੇ ਨੂੰ ਦੇਖ ਕੇ ਜਲਨ ਪੈਦਾ ਹੁੰਦੀ ਹੈ, ਸਮਝੋ ਹਜੇ ਜਿਹੜਾ ਨਾਮ ਹਿਰਦੇ ਵਿੱਚ ਨਹੀਂ ਵਸਿਆ, ਬਾਹਰੀ ਤੌਰ 'ਤੇ ਨਾਮ ਦਾ ਅਸੀਂ ਰਟਨ ਕਰ ਰਹੇ ਹਾਂ। ਨਾਮ ਦੇ ਨਾਲ ਸਾਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ। ਉਹ ਵਾਹਿਗੁਰੂ ਪਰਮੇਸ਼ਰ ਸਾਡੇ 'ਤੇ ਕਿੰਨੀਆਂ ਰਹਿਮਤਾਂ ਕਰਦਾ। ਉਹ ਵਾਹਿਗੁਰੂ ਪਰਮੇਸ਼ਰ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ। ਉਹ ਵਾਹਿਗੁਰੂ ਪਰਮੇਸ਼ਰ ਨੇ ਮਨ ਤਨ ਧਨ ਉਹ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਆ, ਰੱਖਿਆ ਸਹਿਜ ਸਵਾਰ। ਫਿਰ ਤੈਨੂੰ ਸਹਿਜ ਅਵਸਥਾ ਦੇ ਵਿੱਚ ਪੂਰਨ ਤੌਰ 'ਤੇ ਸਾਰੇ ਪਦਾਰਥ ਦੇ ਕੇ ਸੰਸਾਰ ਦੇ ਵਿੱਚ ਮਾਣ ਸਤਿਕਾਰ ਦੇ ਨਾਲ ਰੱਖਿਆ। ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਫਿਰ ਤੈਨੂੰ ਸਾਰੀਆਂ ਸ਼ਕਤੀਆਂ ਬਖਸ਼ੀਆਂ ਉਸ ਵਾਹਿਗੁਰੂ ਪਰਮੇਸ਼ਰ ਨੇ। ਸਰਬ ਕਲਾ ਸਮਰੱਥ ਹੈ ਵਾਹਿਗੁਰੂ ਪਰਮੇਸ਼ਰ, ਉਹਨੇ ਸਾਰੀਆਂ ਸ਼ਕਤੀਆਂ ਤੈਨੂੰ ਬਖਸ਼ ਦਿੱਤੀਆਂ। ਅੰਤਰ ਜੋਤ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਦੀ ਅੰਤਰ ਆਤਮਾ ਹਿਰਦੇ ਦੇ ਵਿੱਚ ਵਾਹਿਗੁਰੂ ਦੀ ਜੋਤ ਅਪਾਰ ਬੇਅੰਤ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ। ਇਸ ਕਰਕੇ ਉਸ ਜੋਤ ਤੱਕ ਪਹੁੰਚਣ ਲਈ, ਉਸ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚਣ ਲਈ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਔਰ ਧਾਰ। ਸਦਾ ਸਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਈਏ, ਉਸ ਵਾਹਿਗੁਰੂ ਪਰਮੇਸ਼ਰ ਦੀ ਜਸ ਵਡਿਆਈ ਸੋਭਾ ਕਰੀਏ। ਕਿਉਂਕਿ ਜਸ ਕਰਨ ਦੇ ਨਾਲ, ਵਡਿਆਈ ਕਰਨ ਦੇ ਨਾਲ ਸਾਡੇ ਜੀਵਨ ਦੇ ਔਗਣ ਖਤਮ ਹੋ ਜਾਂਦੇ ਹਨ ਅਤੇ ਨਾਮ ਬਾਣੀ ਦਾ ਸਿਮਰਨ ਕਰਨ ਦੇ ਨਾਲ ਜਿਹੜੀ ਸਾਡੀ ਸੁਰਤ ਹੈ ਉਹ ਨਾਮ ਬਾਣੀ ਦੇ ਨਾਲ ਜੁੜ ਜਾਂਦੀ ਹੈ। ਜੋ ਸਤਿਗੁਰਾਂ ਨੇ ਸਾਨੂੰ ਤਰੀਕਾ ਦੱਸਿਆ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਣਾ ਕੇ, ਸ਼ਬਦ ਨੂੰ ਗੁਰੂ ਬਣਾ ਕੇ ਸੁਰਤ ਨੂੰ ਉਹਦੇ ਨਾਲ ਜੋੜ ਕੇ ਜਦੋਂ ਅਸੀਂ ਸਿਮਰਨ ਕਰਾਂਗੇ, ਜਿਹੜਾ ਸ਼ਬਦ ਹੈ, ਸ਼ਬਦ ਸਾਡੇ ਅੰਦਰ ਜਾਂਦਾ ਹੈ। ਬਾਰ-ਬਾਰ ਸ਼ਬਦ ਵਾਹਿਗੁਰੂ 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 ਦਾ ਅਸੀਂ ਸਿਮਰਨ ਕਰਦੇ ਹਾਂ। ਜਿਹੜੀ ਸੁਰਤ ਹੈ ਸਾਡੀ ਸ਼ਬਦ ਦੇ ਨਾਲ ਅੰਦਰ ਹਿਰਦੇ ਵਿੱਚ ਪਹੁੰਚ ਜਾਵੇਗੀ। ਜਿਹੜੀ ਜੋਤ ਵਾਹਿਗੁਰੂ ਪਰਮੇਸ਼ਰ ਦੀ ਹਿਰਦੇ ਵਿੱਚ ਜੋਤ ਪ੍ਰਗਟ ਹੈ, ਵਾਹਿਗੁਰੂ ਪਰਮੇਸ਼ਰ ਦਾ ਅਮੋਲਕ ਰਤਨ ਜਿਹੜਾ ਨਾਮ ਹਿਰਦੇ ਵਿੱਚ ਵਸ ਰਿਹਾ ਉਹ ਪ੍ਰਗਟ ਹੋ ਜਾਵੇਗਾ। ਉਹ ਵਾਹਿਗੁਰੂ ਪਰਮੇਸ਼ਰ ਦਾ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚਣ ਲਈ ਸਿਮਰਨ ਦੀ ਜ਼ਰੂਰਤ ਹੈ, ਨਾਮ ਦੀ ਜ਼ਰੂਰਤ ਹੈ। ਜਦੋਂ ਅਸੀਂ ਨਾਮ ਦਾ ਅਭਿਆਸ ਕਰਾਂਗੇ, ਗੁਰੂ ਮੰਤਰ ਦਾ ਅਭਿਆਸ ਕਰਾਂਗੇ, ਵਾਹਿਗੁਰੂ ਵਾਹਿਗੁਰੂ ਜਪਾਂਗੇ, ਤਾਂ ਜਿਹੜੀ ਸੁਰਤ ਹੈ ਸਾਡੀ ਅੰਤਰਮੁਖੀ ਹੋ ਕੇ ਸ਼ਬਦ ਦੇ ਨਾਲ ਸੁਰਤ ਉਸ ਨਾਮ ਦੇ ਨਾਲ ਜੁੜ ਜਾਵੇਗੀ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਾ ਵਸੇਗੀ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਾਣੀ ਦੇ ਸਿਮਰਨ ਦੇ ਨਾਲ ਜੁੜੀਏ। ਦੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਕਿੰਨੀਆਂ ਕਿਰਪਾ ਰਹਿਮਤਾਂ ਸਾਡੇ 'ਤੇ ਵਰਸਾਈਆਂ। ਸਤਿਗੁਰੂ ਜੀ ਆਖਦੇ ਨੇ, ਦੇਖ ਤੈਨੂੰ ਕਿੰਨੀਆਂ ਸੁੱਖ ਸਹੂਲਤਾਂ ਦਿੱਤੀਆਂ। ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ ਕਰ। ਕਹੋ ਨਾਨਕ ਸੁਣ ਰੇ ਮਨਾ, ਹੇ ਮਨਾ ਸੁਣ, ਸਿਮਰਤ ਕਾਹੇ ਨਾ ਰਾਮ। ਤੂੰ ਕਾਹਦੇ ਵਾਸਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਹੀ ਨਹੀਂ, ਯਾਦ ਹੀ ਨਹੀਂ ਕਰਦਾ ਕਦੇ। ਉਹ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਹੀ ਨਹੀਂ ਕੀਤਾ। ਭਗਤ ਕਬੀਰ ਜੀ ਤਾਂ ਬਚਨ ਕਰਦੇ ਹਨ, ਜਿਹੜੇ ਇਹਨਾਂ ਸੁੱਖ ਸਹੂਲਤਾਂ ਦੇ ਵਿੱਚ ਪੈ ਕੇ ਉਹ ਵਾਹਿਗੁਰੂ ਪਰਮੇਸ਼ਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਪਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਨਹੀਂ ਕਰਦੇ। ਭਗਤ ਜੀ ਆਖਦੇ ਹਨ, ਕਬੀਰ ਜੇਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀ, ਤੈ ਮਰ ਹਰ ਸਾਰ ਕੇ ਭੂਤ ਵਸੈ ਤਨ ਮਾਹੀ। ਜਿਸ ਘਰ ਦੇ ਵਿੱਚ ਜੇਕਰ ਸਾਧਨਾ ਸੇਵੀ ਹੈ, ਜਿਸ ਘਰ ਦੇ ਵਿੱਚ ਸਤਿਗੁਰਾਂ ਦੀ ਸੇਵਾ ਨਹੀਂ ਹੁੰਦੀ, ਜਿਸ ਘਰ ਦੇ ਵਿੱਚ ਭਲੇ ਪੁਰਸ਼ਾਂ ਦੀ ਸੇਵਾ ਨਹੀਂ ਹੈ, ਯਾਦ ਨਹੀਂ ਹੈ,
ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਹੁੰਦਾ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਹੀਂ ਹੈ, ਤਾਂ ਭਗਤ ਜੀ ਤੈ ਘਰ ਮਰ ਹਟ ਸਾਰਖੇ, ਸਾਰਖੇ ਹੁੰਦਾ ਬਰਾਬਰ, ਉਹ ਘਰ ਮਰ ਹਟ ਸ਼ਮਸ਼ਾਨ ਭੂਮੀ, ਉਹ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਹਨ। ਭੂਤ ਵਸੈ ਤਿਨ ਮਾਹੀ, ਜੋ ਉਹਨਾਂ ਘਰਾਂ ਦੇ ਵਿੱਚ ਭੂਤ ਨੇ ਵਸਦੇ ਹਨ। ਹੁਣ ਸਾਡੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਭੂਤਾਂ ਜਿਹੜੀਆਂ ਉਹ ਬਾਹਰੋਂ ਆ ਕੇ ਸਾਡੇ ਘਰ ਦੇ ਵਿੱਚ ਵਸਦੀਆਂ, ਪਰ ਗੁਰਬਾਣੀ ਸਾਨੂੰ ਇਹ ਸੁਚੇਤ ਕਰਦੀ ਹੈ, ਸੋਝੀ ਬਖਸ਼ਦੀ ਹੈ ਕਿ ਭਾਈ ਬਾਹਰੋਂ ਕੋਈ ਭੂਤ ਚੜੇਲ ਨਹੀਂ ਆ ਕੇ ਵਸਦੀ, ਕੋਈ ਪ੍ਰੇਤ ਨਹੀਂ ਬਾਹਰੋਂ ਆਉਂਦਾ। ਜੇ ਘਰ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਹੁੰਦਾ ਤਾਂ ਘਰ ਦੇ ਵਿੱਚ ਵਸਣ ਵਾਲੇ ਹੀ ਭੂਤ ਪ੍ਰੇਤ ਦੀ ਤਰ੍ਹਾਂ ਦੇ ਜੀਵਨ ਵਾਲੇ ਲੋਕ ਹੁੰਦੇ ਹਨ। ਭੂਤਾਂ ਪ੍ਰੇਤਾਂ ਦਾ ਕਿਹੋ ਜਿਹਾ ਜੀਵਨ, ਕਿਉਂਕਿ ਭੂਤ ਪ੍ਰੇਤ ਦੀ ਵੀ ਜੂਨੀ ਹੈ, ਉਹ ਆਪਣੀ ਜੂਨੀ ਭੋਗਦੇ ਹਨ। ਉਹਨਾਂ ਦਾ ਜਿਹੜਾ ਜੀਵਨ ਹੈ ਅਪਵਿੱਤਰ ਹੈ। ਇਸੇ ਤਰ੍ਹਾਂ ਉਹਨਾਂ ਲੋਕਾਂ ਦਾ ਜੀਵਨ ਅਪਵਿੱਤਰ ਹੈ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦਾ ਨਾਮ ਸਿਮਰੇ ਨਹੀਂ ਜਾਂਦਾ, ਯਾਦ ਹੀ ਨਹੀਂ ਕਦੋਂ ਅੰਮ੍ਰਿਤ ਵੇਲਾ ਹੁੰਦਾ, ਕੀ ਗੁਰਬਾਣੀ ਹੈ, ਕੀ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਕੋਈ ਸੋਝੀ ਨਹੀਂ ਹੈ। ਉੱਥੇ ਫਿਰ ਸਭ ਭਗਤ ਜੀ ਆਖਦੇ ਹਨ, ਤੈ ਘਰ ਮਰ ਹਟ ਸਾਰਖੇ, ਭੂਤ ਵਸੈ ਤਿਨ ਮਾਹੀ, ਸ਼ਮਸ਼ਾਨ ਭੂਮੀ ਦੀ ਤਰ੍ਹਾਂ ਦੇ ਤੇ ਭੂਤ ਪ੍ਰੇਤ ਉਹਦੇ ਅੰਦਰ ਵਸਦੇ ਹਨ ਉਹਨਾਂ ਘਰਾਂ ਦੇ ਵਿੱਚ। ਇਸੇ ਤਰ੍ਹਾਂ ਅਸੀਂ ਅੰਤਰੀਵ ਭਾਵ ਲਈਏ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਹੈ, ਕਦੇ ਪਰਮਾਤਮਾ ਦਾ ਨਾਮ ਜਪਿਆ ਨਹੀਂ, ਨਾ ਕਦੇ ਭਲੇ ਪੁਰਸ਼ਾਂ ਦੀ ਸੇਵਾ ਕੀਤੀ, ਸਗੋਂ ਨਿੰਦਿਆ ਕਰਦੇ ਹਨ, ਨਾ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਏ, ਤਾਂ ਭਗਤ ਜੀ ਆਖਦੇ ਹਨ ਕਿ ਉਹ ਮਨ ਹਿਰਦਾ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਅਪਵਿੱਤਰ ਹੈ। ਭੂਤ ਵਸੈ ਤਨ ਮਾਹੀ, ਉਹਨਾਂ ਹਿਰਦਿਆਂ ਦੇ ਵਿੱਚ ਭੂਤ ਪ੍ਰੇਤ ਦਾ ਵਾਸਾ ਹੈ। ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਜਿਸ ਹਿਰਦੇ ਦੇ ਵਿੱਚ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਬਾਣੀ ਦੇ ਨਾਲ ਹੀ ਜੁੜਦਾ, ਭਲੇ ਪੁਰਸ਼ਾਂ ਦੀ ਸੇਵਾ ਸਿਮਰਨ ਦੇ ਵਿੱਚ ਨਹੀਂ ਲੱਗਦਾ, ਉਹ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਦਾ, ਉਹਦਾ ਹਿਰਦਾ ਹੀ ਭੂਤ ਪ੍ਰੇਤਾਂ ਦਾ ਵਾਸਾ ਹੋ ਜਾਂਦਾ ਹੈ। ਹੁਣ ਦੇਖੋ, ਇੱਕ ਪਾਸੇ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ, ਉਸ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਆ ਕੇ ਆਪ ਵਸ ਜਾਂਦਾ ਹੈ। ਦੂਸਰੇ ਪਾਸੇ ਭਗਤ ਜੀ ਸਿੱਧ ਕਰਦੇ ਹਨ ਕਿ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਉੱਥੇ ਭੂਤ ਪ੍ਰੇਤਾਂ ਦਾ ਵਾਸਾ ਹੋ ਜਾਂਦਾ ਉਸ ਹਿਰਦੇ ਦੇ ਵਿੱਚ। ਹੁਣ ਸਾਡੇ ਮਨ ਦਾ ਭਰਮ ਦੂਰ ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਅਸੀਂ ਸੋਚਦੇ ਹਾਂ ਕਿ ਸਾਡੇ ਹਿਰਦੇ ਵਿੱਚ ਸਾਡੇ ਉੱਪਰ ਕਿਸੇ ਭੂਤ ਪ੍ਰੇਤ ਦਾ ਛਾਇਆ ਹੋ ਗਿਆ, ਕਿਸੇ ਭੂਤ ਪ੍ਰੇਤ ਦਾ ਛਾਇਆ ਨਹੀਂ ਹੋਇਆ। ਤੂੰ ਪਰਮਾਤਮਾ ਨਾਲ ਟੁੱਟ ਕੇ ਭੂਤ ਨਾ ਬਣ ਗਿਆ, ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਛੱਡ ਦਿੱਤਾ, ਤੂੰ ਇਹ ਸੰਸਾਰ ਦੀਆਂ ਦਾਤਾਂ ਮਿੱਠੀਆਂ ਕਰਕੇ ਜਾਣ ਲਈਆਂ, ਦਾਤਾ ਵਸਾਰ ਦਿੱਤਾ, ਦੇਣਹਾਰ ਦਤਾਰ ਵਾਹਿਗੁਰੂ ਪਰਮੇਸ਼ਰ ਛੱਡ ਦਿੱਤਾ। ਇਸ ਕਰਕੇ ਤੇਰਾ ਜੀਵਨ ਹੀ ਅਪਵਿੱਤਰ ਬਣ ਗਿਆ, ਤੇਰਾ ਜੀਵਨ ਅਪਵਿੱਤਰ ਹੋ ਗਿਆ। ਸਤਿਗੁਰੂ ਜੀ ਆਖਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੂੰ ਯਾਦ ਕਰਦਿਆਂ ਹੋਇਆਂ, ਇਹਨਾਂ ਦਾਤਾਂ ਦੇ ਵਿੱਚ ਰਹਿੰਦਿਆਂ ਹੋਇਆਂ, ਦਾਤਾਂ ਦੇ ਸੁੱਖਾਂ ਨੂੰ ਭੋਗਦਿਆਂ ਹੋਇਆਂ, ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਬਾਣੀ ਦਾ ਅਸੀਂ ਸਿਮਰਨ ਕਰੀਏ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਸਦਾ ਜੁੜੇ ਰਹੀਏ, ਉਸ ਵਾਹਿਗੁਰੂ ਪਰਮੇਸ਼ਰ ਦੀ ਦਾਤ ਦੇ ਨਾਲ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੈ ਨਾ ਕੋਈ। ਸਾਰੇ ਸੁੱਖਾਂ ਦਾ ਦਾਤਾ ਰਾਮ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ। ਉਹ ਸਾਰੇ ਸੁੱਖਾਂ ਦਾ ਦਾਤਾ ਹੈ, ਸਾਰੇ ਸੁੱਖਾਂ ਦੀ ਦਾਤ ਬਖਸ਼ਣ ਵਾਲਾ।
ਵਾਹਿਗੁਰੂ ਪਰਮੇਸ਼ਰ ਸਾਰੀਆਂ ਦਾਤਾਂ ਦੇਣ ਵਾਲਾ ਹੈ, ਦੂਸਰ ਨਾਹੀਂ ਨਾ ਕੋਈ। ਹੋਰ ਸੰਸਾਰ ਦੇ ਵਿੱਚ ਕੋਈ ਐਸਾ ਮਨੁੱਖ, ਕੋਈ ਐਸੀ ਸ਼ਕਤੀ ਨਹੀਂ ਹੈ ਜਿਹੜੀਆਂ ਕਿ ਸੁੱਖ ਦੀਆਂ ਦਾਤਾਂ ਦੇਣ ਵਾਲੀ ਹੋ। ਸੁੱਖ ਦੀਆਂ ਦਾਤਾਂ ਦਾਤੇ ਦੇ ਪਾਸੋਂ ਹੀ ਮਿਲਦੀਆਂ ਜੇਕਰ ਉਸ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੋ ਜਾਵੇ। ਹੋਰ ਸੰਸਾਰ ਦੇ ਵਿੱਚ ਹੋਰ ਕੋਈ ਦੂਜੀ ਸ਼ਕਤੀ ਨਹੀਂ ਹੈ। ਸਤਿਗੁਰੂ ਜੀ ਵਚਨ ਕਰਦੇ ਹਨ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਾ ਟੋਟ ਨਾ ਆਵੇ, ਅਗਣਤ ਭਰੇ ਭੰਡਾਰ। ਉਹ ਦੱਦਾ ਦਾਤਾ ਏਕ ਹੈ, ਦੇਣ ਵਾਲਾ ਇੱਕੋ ਦਾਤਾ ਹੈ, ਹੋਰ ਦੂਜਾ ਨਹੀਂ। ਦੱਦਾ ਦਾਤਾ ਏਕ ਹੈ, ਦਾਤਾਂ ਦੇਣ ਵਾਲਾ, ਦਾਤਾਂ ਦੀ ਬਖਸ਼ਿਸ਼ ਰਹਿਮਤ ਕਰਨ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੈ, ਦੂਸਰ ਨਾਹੀਂ ਕੋਈ, ਦੂਜਾ ਹੈ ਹੀ ਨਹੀਂ ਕੋਈ। ਦੱਦਾ ਦਾਤਾ ਇੱਕ, ਸਭ ਕੋ ਦੇਵਨਹਾਰ। ਫਿਰ ਉਹਦੇ ਵਿੱਚ ਇਹ ਵੱਡਾ ਗੁਣ ਹੈ ਕਿ ਸਭ ਨੂੰ ਦਾਤਾਂ ਦਿੰਦਾ ਹੈ। ਇਹ ਨਹੀਂ ਕਿ ਇੱਕ ਨੂੰ ਦਾਤ ਦਿੰਦਾ ਹੈ, ਜਿਹੜਾ ਉਹਨੂੰ ਯਾਦ ਕਰਦਾ ਉਹਨੂੰ ਹੀ ਦਾਤਾਂ ਦਿੰਦਾ ਹੈ। ਉਹ ਤਾਂ ਸਭ ਨੂੰ ਦਾਤਾਂ ਦਿੰਦਾ ਹੈ, ਸਭ ਦੀਆਂ ਰਹਿਮਤਾਂ, ਸਭ ਤੇ ਰਹਿਮਤਾਂ ਬਰਸਾਉਂਦਾ ਹੈ, ਸਭ ਤੇ ਕਿਰਪਾ ਕਰਦਾ ਹੈ। ਜਿਹੜਾ ਨਹੀਂ ਵੀ ਮੰਗਦਾ ਉਹਨੂੰ ਵੀ ਦਾਤਾਂ ਦੇਈ ਜਾ ਰਿਹਾ। ਉਹਦੇ ਵਿੱਚ ਵੱਡਾ ਗੁਣ ਹੈ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕਿ ਅਣਮੰਗਿਆ ਦਾਨ ਦੇਵਣਾ, ਅਣਮੰਗਿਆ ਹੀ, ਬਿਨਾਂ ਮੰਗੇ ਤੋਂ ਹੀ ਦਾਤਾਂ ਦੇਈ ਜਾ ਰਿਹਾ। ਦੱਦਾ ਦਾਤਾ ਇਹ ਕਿ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ। ਉਹ ਦਾਤਾਂ ਦੇਈ ਜਾ ਰਿਹਾ। ਅਸੀਂ ਉਹਦੀਆਂ ਦਾਤਾਂ ਲੈ ਲੈ ਕੇ ਵਰਤੀ ਜਾਂਦੇ ਹਾਂ, ਖਾਈ ਜਾਂਦੇ ਹਾਂ, ਪਰ ਟੋਟ ਨਾ ਆਵੇ, ਕਦੇ ਘਾਟਾ ਆਏ ਹੀ ਨਹੀਂ। ਦੱਦਾ ਦਾਤਾ ਇਹ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ, ਅਗਣਤ ਭਰੇ ਭੰਡਾਰ। ਉਹ ਵਾਹਿਗੁਰੂ ਪਰਮੇਸ਼ਰ ਦੇ ਭੰਡਾਰੇ ਅਣਗਿਣਤ ਭਰੇ ਪਏ ਹਨ। ਵਾਹਿਗੁਰੂ ਪਰਮੇਸ਼ਰ ਐਸੀਆਂ ਦਾਤਾਂ ਬਖਸ਼ਣ ਵਾਲਾ ਹੈ। ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਾਤ ਬਖਸ਼ੀ, ਇਹ ਤੰਦਰੁਸਤ ਸਰੀਰ ਦੀ, ਇਹ ਸਰੀਰ ਦੀ ਸਾਨੂੰ ਤਨ ਦੀ ਦਾਤ ਦਿੱਤੀ, ਕਿਉਂਕਿ ਅਸੀਂ ਅਗਿਆਨਤਾ ਦੇ ਵਸ ਪੈ ਕੇ ਇਹ ਗੱਲ ਮੰਨ ਲੈਂਦੇ ਹਾਂ ਕਿ ਇਹ ਸਰੀਰ ਮੇਰਾ ਹੈ, ਇਹ ਧਨ ਦੌਲਤ ਮੇਰੀ ਹੈ, ਜਿਹੜੀ ਜਾਇਦਾਦ ਪ੍ਰਾਪਰਟੀ ਹੈ ਮੇਰੀ ਹੈ, ਮੇਰੀ ਕਮਾਈ ਦੇ ਨਾਲ ਸਭ ਕੁਝ ਬਣਿਆ। ਧਨ ਦੌਲਤ ਇਕੱਠਾ ਹੋਇਆ, ਪ੍ਰਾਪਰਟੀ ਬਣੀ ਮੇਰੀ ਕਮਾਈ ਦੇ ਨਾਲ, ਮੈਂ ਕੰਮ ਕੀਤਾ ਤਾਂ ਇਹ ਬਣਿਆ। ਫਿਰ ਅਸੀਂ ਇਸ ਤਨ ਦੇ ਉੱਪਰ ਵੀ ਆਪਣਾ ਹੱਕ ਚਲਾਉਂਦੇ ਹਾਂ ਕਿ ਇਹ ਤਨ ਮੇਰਾ ਹੈ, ਇਹ ਸਰੀਰ ਮੇਰਾ ਹੈ, ਮੇਰਾ ਸਰੀਰ, ਮੇਰੇ ਸਰੀਰ ਦੇ ਅੰਗ। ਪਰ ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਉਹ ਵਾਹਿਗੁਰੂ ਪਰਮੇਸ਼ਰ ਨੇ ਇਹ ਸੁੰਦਰ ਤਨ ਰਚ ਕੇ ਇਹਨੂੰ ਚਲਾਉਣ ਵਾਸਤੇ ਇਹਦੇ ਵਿੱਚ ਪਵਨ ਦਾ ਵਾਜਾ ਵਜਾਇਆ। ਹੁਣ ਸੰਸਾਰੀ ਤੌਰ 'ਤੇ ਦੇਖੀਏ ਤਾਂ ਸਾਡੇ ਸਰੀਰ ਨੂੰ ਚੱਲਣ ਵਾਸਤੇ ਆਕਸੀਜਨ ਦੀ ਲੋੜ ਹੈ। ਆਕਸੀਜਨ ਦੇ ਨਾਲ ਸਾਡਾ ਸਰੀਰ ਚੱਲਦਾ ਹੈ। ਅਸੀਂ ਆਕਸੀਜਨ ਸਾਹ ਦੁਆਰਾ ਅੰਦਰ ਲਿਜਾਂਦੇ ਹਾਂ ਤੇ ਦੂਸਰੀ ਗੈਸ ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੰਦੇ ਹਾਂ। ਹੁਣ ਇੰਨੀ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ, ਇੰਨੇ ਮਨੁੱਖ ਪੈਦਾ ਕੀਤੇ ਜਿਹੜੇ ਆਕਸੀਜਨ ਖਾ ਰਹੇ ਹਨ। ਕਿੱਥੇ ਉਹਦੀ ਫੈਕਟਰੀ ਲੱਗੀ ਹੈ, ਕਿੱਥੋਂ ਅਸੀਂ ਉਹ ਆਕਸੀਜਨ ਲੈ ਰਹੇ ਹਾਂ? ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ। ਉਹਦਾ ਸ਼ੁਕਰਾਨਾ ਕਰੀਏ। ਜੇਕਰ ਆਕਸੀਜਨ ਸਾਨੂੰ ਨਾ ਮਿਲੇ ਤਾਂ ਇੱਕ ਵੀ ਸਾਹ ਨਹੀਂ ਆਉਂਦਾ। ਦੇਖੋ ਉਹਦੀਆਂ ਰਹਿਮਤਾਂ, ਦੇਖੋ ਉਹਦੀਆਂ ਦਾਤਾਂ। ਪਰਮਾਤਮਾ ਨਾ ਕਰੇ ਕਿਤੇ ਹਸਪਤਾਲ ਜਾਣਾ ਪਵੇ ਤੇ ਆਕਸੀਜਨ ਦਾ ਇੱਕ ਸਿਲੰਡਰ ਲਾਉਂਦੇ ਹਨ ਤਾਂ ਦੇਖੋ ਕਿੰਨੇ ਕਿੰਨੇ ਪੈਸੇ, 4-4, 5-5, 10-10 ਹਜ਼ਾਰ ਰੁਪਇਆ ਲੈਂਦੇ ਹਨ ਇੱਕ ਸਿਲੰਡਰ ਲਾਉਣ ਦਾ। ਆਕਸੀਜਨ ਦੀ ਇੰਨੀ ਕੀਮਤ ਹੈ। ਤੇ ਜੇਕਰ ਅਸੀਂ ਸੋਚੀਏ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਆਕਸੀਜਨ ਜਿਹੜੀ ਹੈ ਖਾ ਗਏ,
ਉਹਦਾ ਅਸੀਂ ਮੁੱਲ ਦੇ ਹੀ ਨਹੀਂ ਸਕਦੇ। ਉਹ ਐਸਾ ਦਾਤਾ ਹੈ ਕਿ ਦਾਤਾਂ ਦੇ ਕੇ ਪੁੱਛਦਾ ਹੀ ਨਹੀਂ ਕਿ ਅਸੀਂ ਉਹਦੀਆਂ ਦਾਤਾਂ ਨੂੰ ਵਰਤੀ ਜਾ ਰਹੇ ਹਾਂ। ਵਾਹਿਗੁਰੂ ਪਰਮੇਸ਼ਰ ਨੇ ਇਸ ਸਰੀਰ ਨੂੰ ਚਲਾਉਣ ਵਾਸਤੇ, ਇਸ ਸਰੀਰ ਦੀ ਵੱਡੀ ਜ਼ਰੂਰਤ ਹੈ ਪਾਣੀ। ਦੂਸਰੇ ਨੰਬਰ 'ਤੇ ਜਿਹੜਾ ਪਾਣੀ ਹੈ, ਸਤਿਗੁਰੂ ਜੀ ਆਖਦੇ ਨੇ ਪਹਿਲਾਂ ਜੀਓ ਪਾਣੀ ਹੈ, ਜਿਤ ਹਰਿਆ ਸਭ ਕੋਈ। ਪਾਣੀ ਜ਼ਰੂਰੀ ਹੈ ਅਤੇ ਪਾਣੀ ਜਦੋਂ ਤੋਂ ਅਸੀਂ ਸੰਸਾਰ ਦੇ ਵਿੱਚ ਆਏ, ਕਦੋਂ ਤੋਂ ਵਰਤਣ ਲੱਗੇ ਹੋਏ ਹਾਂ। ਅਸੀਂ ਸ਼ਹਿਰ ਬਾਜ਼ਾਰ ਕਿਤੇ ਬਾਹਰ ਜਾਈਏ ਤਾਂ ਇੱਕ ਪਾਣੀ ਦੀ ਬੋਤਲ ਲੈਣੀ ਹੋਵੇ ਸਾਨੂੰ 15, 20, 25, 30 ਰੁਪਏ ਦੇਣੇ ਪੈਂਦੇ ਹਨ। 1 ਲੀਟਰ ਪਾਣੀ ਵੀ ਨਹੀਂ ਹੁੰਦਾ ਅਤੇ ਅਸੀਂ ਇੱਕ ਦਿਨ ਦੇ ਵਿੱਚ ਪਤਾ ਨਹੀਂ 10, 15, 20, 50 ਲੀਟਰ ਪਾਣੀ ਜਿਹੜਾ ਅਸੀਂ ਆਪਣੇ ਲਈ ਵਰਤ ਲੈਂਦੇ ਹਾਂ। ਜੋਣੀ ਦਾ ਹਿਸਾਬ ਲਾਇਆ ਜਾਵੇ ਕਿੰਨਾ ਪਾਣੀ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਵਰਤਿਆ। ਕਿਸੇ ਨੇ ਹਿਸਾਬ ਨਹੀਂ ਪੁੱਛਿਆ ਸਾਡੇ ਕੋਲੋਂ ਕਿ ਪਾਣੀ ਕਿੱਥੋਂ ਆਇਆ, ਕਿਉਂ ਵਰਤਿਆ, ਇਹਦੀ ਕੀਮਤ ਕਿੰਨੀ ਹੈ। ਉਹ ਦਾਤਾ ਹੈ, ਅਜਿਹੀਆਂ ਦਾਤਾਂ ਸਾਨੂੰ ਬਖਸ਼ ਰਿਹਾ ਹੈ ਵਾਹਿਗੁਰੂ ਪਰਮੇਸ਼ਰ। ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਐਸੀਆਂ ਦਾਤਾਂ ਬਖਸ਼ ਰਿਹਾ ਹੈ। ਸਾਨੂੰ ਮੁਫਤ ਦੇ ਵਿੱਚ ਆਕਸੀਜਨ ਗੈਸ ਦੇ ਰਿਹਾ, ਜਿਹੜੇ ਸਾਡੇ ਸਰੀਰ ਨੂੰ ਚਲਾਉਂਦੀ ਹੈ। ਫਿਰ ਵਾਹਿਗੁਰੂ ਪਰਮੇਸ਼ਰ ਸਾਨੂੰ ਮੁਫਤ ਦੇ ਵਿੱਚ ਪਾਣੀ ਦੇ ਰਿਹਾ, ਜਿਹਨੂੰ ਅਸੀਂ ਬਚਪਨ ਤੋਂ ਲੈ ਕੇ ਵਰਤ ਰਹੇ ਹਾਂ। ਫਿਰ ਸਤਿਗੁਰੂ ਦਾਤਾ ਸਾਨੂੰ ਸਾਰੇ ਸੁੱਖ ਸਹੂਲਤਾਂ ਬਖਸ਼ਦਾ ਹੈ। ਦੇਖੋ ਅਸੀਂ ਕਿੰਨੀਆਂ ਸੁੱਖ ਸਹੂਲਤਾਂ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਲੈ ਲੈ ਕੇ ਵਰਤ ਰਹੇ ਹਾਂ, ਸੁੱਖ ਭੋਗ ਰਹੇ ਹਾਂ। ਮਨ ਦੇ ਸੁੱਖ, ਤਨ ਦੇ ਸੁੱਖ, ਮਾਨਸਿਕ ਸੁੱਖ ਅਸੀਂ ਭੋਗ ਰਹੇ ਹਾਂ। ਦੂਸਰ ਨਾ ਹੈ ਨਾ ਕੋਈ। ਹੁਣ ਅਸੀਂ ਖਿਆਲ ਕਰੀਏ ਕਿ ਜਿੱਥੇ ਸਾਡੀ ਟੇਕ ਲੱਗੀ ਹੋਈ ਹੈ, ਕਿਸੇ ਪੀਰ ਬਾਬੇ 'ਤੇ ਜਾਂ ਕਿਸੇ ਦੇਹਧਾਰੀ ਬਾਬੇ 'ਤੇ, ਮੜੀ ਮਸਾਣੀਆਂ 'ਤੇ, ਕਿ ਉੱਥੋਂ ਇਹ ਦਾਤਾਂ ਮਿਲ ਸਕਦੀਆਂ ਹਨ? ਕਿਤੋਂ ਵੀ ਇਹ ਦਾਤਾਂ ਨਹੀਂ ਮਿਲ ਸਕਦੀਆਂ। ਉਹ ਤਾਂ ਆਪ ਇਹਨਾਂ ਦਾਤਾਂ ਨੂੰ ਲੱਭਦੇ ਫਿਰਦੇ ਹਨ, ਇਹਨਾਂ ਦਾਤਾਂ ਨੂੰ ਵਰਤਦੇ ਹਨ। ਇਸ ਕਰਕੇ ਦੇਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੈ, ਉਹ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ। ਸਤਿਗੁਰੂ ਜੀ ਆਖਦੇ ਹਨ, ਕਹੋ ਨਾਨਕ ਸੁਣ ਰੇ ਮਨਾ। ਇਹ ਮਨਾ ਸੁਣ, ਉਸ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਜਿਹੜਾ ਤੇਰੇ 'ਤੇ ਇੰਨਾ ਟੁੱਟਿਆ, ਇੰਨੀਆਂ ਰਹਿਮਤਾਂ ਵਰਸਾਈਆਂ, ਬਚਪਨ ਤੋਂ ਲੈ ਕੇ ਤੇਰੀ ਪ੍ਰਤਿਪਾਲਨਾ ਕਰਦਾ ਆ ਰਿਹਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਕਰ। ਸਤਿਗੁਰੂ ਜੀ ਵਚਨ ਕਰਦੇ ਹਨ, ਸਿਮਰਤ ਨਹਿ ਕਿਉਂ ਮੁਰਾਰ, ਮਾਇਆ ਜਾਂ ਕੀ ਜੇਰੀ। ਤੂੰ ਉਸ ਮੁਰਾਰ, ਮੁਰਦੈਨ ਦੇ ਮਾਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਿਉਂ ਨਹੀਂ ਕਰਦਾ? ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਚੇਰੀ ਤੋਂ ਭਾਵ ਚੇਲੀ, ਸੇਵਕ, ਮਾਇਆ ਜਿਹੜੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਕ ਹੈ। ਉਹ ਵਾਹਿਗੁਰੂ ਪਰਮੇਸ਼ਰ ਦਾ ਤੂੰ ਨਾਮ ਕਦੇ ਜਪਿਆ ਹੀ ਨਹੀਂ। ਸਤਿਗੁਰੂ ਜੀ ਵਚਨ ਕਰਦੇ ਹਨ, ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ। ਇਸ ਜਗ ਸੰਸਾਰ ਦੇ ਵਿੱਚ ਰਾਮ ਦਾ ਨਾਮ ਸਭ ਤੋਂ ਉੱਤਮ ਹੈ। ਸਭ ਤੋਂ ਉੱਤਮ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਹਨੂੰ ਸਤਿਗੁਰੂ ਜੀ ਗੁਰਬਾਣੀ ਅੰਦਰ ਵਚਨ ਕਰਦੇ ਹਨ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਹੀਂ, ਫਿਰ ਇਹ ਜਿਉਂ ਵੇ ਤਾਲਿਆ। ਭੂਤਨਿਆਂ ਦੀ ਤਰ੍ਹਾਂ ਭੱਜਿਆ ਫਿਰਦਾ, ਜਿਹੜਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਕਦੇ ਚੇਤਾ ਹੀ ਨਹੀਂ ਕੀਤਾ, ਯਾਦ ਹੀ ਨਹੀਂ ਕੀਤਾ। ਇੱਥੇ ਵੀ ਸਤਿਗੁਰੂ ਜੀ ਆਖਦੇ ਹਨ ਕਿ ਇਸ ਜਗ ਦੇ ਵਿੱਚ ਸਭ ਤੋਂ ਉੱਤਮ ਪਰਮਾਤਮਾ ਦਾ ਨਾਮ ਹੈ, ਸੋ ਤੋ ਸੁਣਿਓ ਨਾ ਹੀ ਕਾਨ। ਉਹ ਤੂੰ ਕੰਨ ਦੇ ਕੇ ਸੁਣਿਆ ਹੀ ਨਹੀਂ।
ਕਦੇ ਧਿਆਨ ਲਾ ਕੇ ਸੁਣਿਆ ਹੀ ਨਹੀਂ ਪ੍ਰਮਾਤਮਾ ਦਾ ਨਾਮ। ਵਿਖਿਆਨ ਸੋ ਅਤ ਲੁਭਾਨ, ਮਤ ਨਾਹੇ ਨ ਫੇਰੀ। ਤੂੰ ਵਿਖਿਆ ਵਿਸ਼ੇ ਵਿਕਾਰਾਂ ਦੇ ਵਿੱਚ ਲੁਭਾਏ ਮਾਨ ਹੋਇਆ ਫਿਰਦਾ ਹੈ, ਭੋਗਾਂ ਨੂੰ ਭੋਗਦਾ ਹੋਇਆ ਸੰਸਾਰ ਦੇ ਵਿੱਚ ਤੂੰ ਤੁਰਿਆ ਫਿਰਦਾ ਹੈ। ਅਤੇ ਮਤ ਨਾਹੀ ਨ ਫੇਰੀ, ਤੂੰ ਇਹਨਾਂ ਵੱਲੋਂ ਮਤ ਮੋੜੀ ਨਹੀਂ, ਗੁਰੂ ਦੀ ਮਤ ਗ੍ਰਹਿਣ ਕੀਤੀ ਨਹੀਂ, ਗੁਰਮਤਾਂ ਧਾਰਨ ਕੀਤੀ ਨਹੀਂ। ਜਿੰਨਾ ਚਿਰ ਅਸੀਂ ਗੁਰਮਤ ਧਾਰਨ ਨਹੀਂ ਕਰਦੇ ਉਹਨਾਂ ਚਿਰ ਇਹਨੇ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਣਾ, ਇਹ ਮਾਇਆ ਤੋਂ ਖਹਿੜਾ ਨਹੀਂ ਛੁੱਟਣਾ। ਸਤਿਗੁਰੂ ਜੀ ਆਖਦੇ ਹਨ, ਤੂੰ ਇਹਨਾਂ ਵਿੱਚ ਲੁਭਾਏ ਮਾਨ ਹੋਇਆ ਫਿਰਦਾ, ਤੇਰੀ ਮਤ ਜਿਹੜੀ ਹੈ ਉਹ ਮਲੀਨ ਹੋਈ ਹੈ। ਤੂੰ ਇੱਧਰੋਂ ਮਤ ਆਪਦੀ ਫੇਰੀ ਨਹੀਂ। ਮਾਨਸ ਕੋ ਜਨਮ ਲੀਨ, ਸਿਮਰ ਨ ਨਿਮਖ ਕੀਨ। ਮਨੁੱਖਾ ਜਨਮ ਤਾਂ ਮਿਲ ਗਿਆ, ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ? ਇਹ ਸਾਨੂੰ ਵਾਰੀ ਮਿਲੀ ਹੈ। ਭਈ ਪ੍ਰਾਪਤ ਮਾਨੁ ਕਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ। ਇਹ ਵਾਰੀ ਮਿਲੀ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਣ ਦੀ, ਤੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਇਸ ਮਨੁੱਖਾ ਜਨਮ ਦੇ ਵਿੱਚ ਕਦੇ ਸਿਮਰਨ ਕੀਤਾ ਹੀ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ ਨਹੀਂ। ਦਾਰਾ ਸੁਖ ਭਿਓ ਦੀਨ ਪਗਹੋਂ ਪਰੀ ਬੇਰੀ। ਸਤਿਗੁਰੂ ਜੀ ਆਖਦੇ ਦਾਰਾ ਇਸਤਰੀ, ਇਸਤਰੀ ਦੇ ਸੁੱਖਾਂ ਦੇ ਵਿੱਚ ਲੁਭਾਏ ਮਾਨ ਹੋਇਆ ਫਿਰਦਾ, ਤੂੰ ਇਸਤਰੀ ਦੇ ਸੁੱਖਾਂ ਦੇ ਵਿੱਚ ਦੀਨ ਹੋਇਆ ਫਿਰਦਾ। ਇਹ ਤੇਰੇ ਪਗਹੋਂ ਪਰੀ ਬੇਰੀ, ਇਹ ਸਾਡੇ ਪੈਰਾਂ ਦੇ ਵਿੱਚ ਬੇੜੀ ਪਈ ਹੋਈ ਹੈ। ਜਿਸ ਮਨੁੱਖ ਦੇ ਪੈਰਾਂ ਵਿੱਚ ਬੇੜੀ ਪੈ ਜਾਵੇ ਉਹ ਫਿਰ ਤੁਰ ਨਹੀਂ ਸਕਦਾ, ਭੱਜ ਨਹੀਂ ਸਕਦਾ। ਇਹ ਮੋਹ ਦੀ ਬੇੜੀ ਪਈ ਹੋਈ ਹੈ ਸਾਡੇ ਪੈਰਾਂ ਦੇ ਵਿੱਚ, ਪ੍ਰੇਮ ਦੀ ਬੇੜੀ ਪਈ ਹੋਈ ਹੈ। ਅਸੀਂ ਇੱਧਰ ਧਿਆਨ ਹੀ ਨਹੀਂ ਦਿੱਤਾ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸਿਮਰਨ ਵੱਲ ਲੱਗੇ ਹੀ ਨਹੀਂ। ਨਾਨਕ ਜਨ ਕਹੈ ਪੁਕਾਰ, ਸੁਪਨੇ ਜੋ ਜਗ ਪਸਾਰ। ਸਤਿਗੁਰੂ ਜੀ ਆਖਦੇ ਹਨ ਜਨ ਕਹੈ ਪੁਕਾਰ। ਸਤਿਗੁਰੂ ਜੀ ਪੁਕਾਰ ਪੁਕਾਰ ਕੇ ਆਖਦੇ ਹਨ ਕਿ ਸੁਪਨੇ ਜੋ ਜਗ ਪਸਾਰ, ਜਿਹੜਾ ਜਗ ਦਾ ਪਸਾਰਾ ਹੈ ਇਹ ਸੁਪਨੇ ਦੀ ਨਿਆਈ ਹੈ, ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਸੁਪਨਾ ਦਿਨ ਚੜ੍ਹਨ 'ਤੇ ਜਾਗ ਆਉਣ 'ਤੇ ਵਿਸਰ ਜਾਂਦਾ ਹੈ, ਸਭ ਕੁਝ ਭੁੱਲ ਜਾਂਦਾ ਹੈ। ਸੁਪਨੇ ਦੇ ਵਿੱਚ ਰਾਜਾ ਬਣਿਆ ਬੈਠਾ ਸੀ, ਜਦੋਂ ਜਾਗ ਆਈ ਤਾਂ ਟੁੱਟੀ ਮੰਜੀ 'ਤੇ ਪਿਆ। ਸੁਪਨੇ ਦੇ ਵਿੱਚ ਦਾਤਾ ਬਣਿਆ, ਦਾਤਾ ਵੰਡ ਰਿਹਾ ਸੀ, ਜਦੋਂ ਜਾਗ ਆਈ ਤਾਂ ਦੋ ਡੰਗ ਦਾ ਫਿਕਰ ਹੈ। ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨੇ ਦੇ ਪਦਾਰਥ ਵਿਨਸ ਜਾਂਦੇ ਹਨ, ਇਵੇਂ ਹੀ ਇਹ ਸੰਸਾਰ ਹੈ, ਇਹ ਵੀ ਵਿਨਸਨਹਾਰ ਹੈ। ਸਤਿਗੁਰੂ ਜੀ ਆਖਦੇ ਸਿਮਰਤ ਨਹਿ ਕਿਉਂ ਮੁਰਾਰ, ਮਾਇਆ ਜਾਂ ਕੀ ਜੇਰੀ। ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਉਂ ਨਹੀਂ ਸਿਮਰਦਾ, ਕਿਉਂ ਨਹੀਂ ਯਾਦ ਕਰਦਾ ਉਸ ਵਾਹਿਗੁਰੂ ਪਰਮੇਸ਼ਰ ਨੂੰ? ਉਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਾਇਆ ਹੈ ਉਹ ਚੇਰੀ ਦਾਸੀ ਹੈ, ਉਹਦੀ ਸੇਵਾ ਕਰਦੀ ਹੈ ਵਾਹਿਗੁਰੂ ਪਰਮੇਸ਼ਰ ਦੀ। ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ। ਜਦੋਂ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੇਗਾ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਸਭ ਸੁਖ ਦਾਤਾ ਰਾਮ ਹੈ, ਸਾਰੇ ਸੁੱਖਾਂ ਦੀ ਦਾਤ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਦੂਸਰ ਨਾਹੇ ਨਾ ਕੋਈ, ਹੋਰ ਕੋਈ ਦੂਜਾ ਨਹੀਂ ਹੈ। ਕਹੋ ਨਾਨਕ ਸੁਣ ਰੇ ਮਨ, ਇਹ ਸਿਮਰਤ ਗਤ ਹੋਏ। ਕਹੋ ਨਾਨਕ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਾਨਕ ਨਾਮ ਦੀ ਮੋਹਰ ਲਾ ਕੇ ਸਤਿਗੁਰਾਂ ਦੀ ਉਸਤਤ ਵਡਿਆਈ ਸੋਭਾ ਕਰਦੇ ਹੋਏ ਵਚਨ ਕਰਦੇ ਹਨ, ਸੁਣ ਰੇ ਮਨਾ, ਇਹ ਮਨਾ ਸੁਣ। ਸਤਿਗੁਰੂ ਜੀ ਮਨ ਨੂੰ ਮੁੱਖ ਰੱਖ ਕੇ ਉਪਦੇਸ਼ ਬਖਸ਼ਦੇ, ਕਿਉਂਕਿ ਜੇਕਰ ਮਨ ਮਲੀਨ ਹੋ ਗਿਆ ਤਾਂ ਸਾਡਾ ਜੀਵਨ ਮਲੀਨ ਹੋ ਗਿਆ। ਸਾਡੇ ਜੀਵਨ ਦੇ ਵਿੱਚ ਔਗਣ ਆ ਗਏ ਜੇ ਮਨ ਮਲੀਨ ਹੈ। ਜੇ ਮਨ ਸੁੱਧ ਨਿਰਮਲ ਹੈ ਤਾਂ ਸਾਡਾ ਮਨ ਸੁੱਧ ਹੋ ਗਿਆ, ਤਾਂ ਸਾਡਾ ਜੀਵਨ ਸੁੱਧ ਹੋ ਗਿਆ, ਸਾਡਾ ਜੀਵਨ ਨਿਰਮਲ ਹੋ ਗਿਆ। ਜੇ ਮਨ ਨਿਰਮਲ ਹੋ ਜਾਵੇ, ਸਤਿਗੁਰੂ ਜੀ ਵਚਨ ਕਰਦੇ ਹਨ, ਮਨ ਮੈਲਾ ਤੇ ਸਭ ਕੁਛ ਮੈਲਾ। ਜਿਹਦਾ ਮਨ ਮੈਲਾ ਹੈ ਸਭ ਕੁਝ ਹੀ ਮੈਲਾ ਹੈ।
ਜਿਹਦਾ ਮਨ ਮੈਲਾ ਹੈ ਤਾਂ ਉਹਦੀਆਂ ਅੱਖਾਂ ਵੀ ਮੈਲੀਆਂ, ਕੰਨ ਵੀ ਮੈਲੇ, ਜੇਬਾਂ ਵੀ ਮੈਲੀ, ਨੱਕ ਵੀ ਮੈਲਾ, ਤੁੱਚਾ ਵੀ ਮੈਲੀ, ਉਹਦੇ ਜੀਵਨ ਹੀ ਮੈਲਾ ਹੋ ਜਾਂਦਾ ਹੈ। ਅੱਖਾਂ ਨਾਲ ਮਾੜਾ ਵੇਖਦਾ ਹੈ, ਕੰਨਾਂ ਦੇ ਨਾਲ ਮਾੜਾ ਸੁਣਦਾ ਹੈ, ਜੀਭਾਂ ਦੇ ਨਾਲ ਮਾੜਾ ਬੋਲਦਾ ਹੈ। ਇਸ ਕਰਕੇ ਜੇਕਰ ਮਨ ਮੈਲਾ ਹੈ ਤਾਂ ਸਭ ਕੁਝ ਹੀ ਮੈਲਾ ਹੋ ਜਾਂਦਾ ਹੈ, ਜੀਵਨ ਹੀ ਮੈਲਾ ਹੋ ਜਾਂਦਾ ਹੈ। ਸਤਿਗੁਰੂ ਜੀ ਮਨ ਨੂੰ ਸਮਝਾਉਂਦੇ ਹਨ ਕਿ ਮਨ ਨੂੰ ਸ਼ੁੱਧ ਕਰ। ਜਦੋਂ ਮਨ ਨਿਰਮਲ ਹੋ ਗਿਆ, ਜਦੋਂ ਮਨ ਨਿਰਮਲ ਹੋ ਗਿਆ, ਮਨ ਸ਼ੁੱਧ ਹੋ ਗਿਆ, ਤੇਰਾ ਜੀਵਨ ਸ਼ੁੱਧ ਹੋ ਜਾਵੇਗਾ ਤੇ ਇਹ ਸਿਮਰਤ ਗਤ ਹੋਏ, ਜਿਹਦੇ ਸਿਮਰਨ ਦੇ ਨਾਲ ਤੇਰੀ ਗਤੀ ਮੁਕਤੀ ਹੋ ਜਾਵੇਗੀ। ਨਾਮ ਬਾਣੀ ਦਾ ਸਿਮਰਨ ਕਰਨ ਦੇ ਨਾਲ ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹੋਂ ਛੁਟੈ। ਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਨ ਦੇ ਨਾਲ ਤੇਰੀ ਗਤ, ਤੇਰੀ ਮੁਕਤੀ, ਤੇਰੇ ਬੰਧਨ ਖਲਾਸੀ ਹੋ ਜਾਵੇਗੀ ਜੇ ਤੂੰ ਉਸ ਪਰਮਾਤਮਾ ਦੇ ਗੁਣ ਗਾਵੇਂਗਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਅੱਜ ਦੇ ਸ਼ਬਦ ਦੇ ਅੰਦਰ ਉਪਦੇਸ਼ ਦਿੰਦੇ ਹਨ ਕਿ ਭਾਈ ਉਹ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਅਨੇਕਾਂ ਦਾਤਾਂ ਬਖਸ਼ੀਆਂ, ਉਸ ਦੇਣ ਵਾਲੇ ਦਾਤਾਰ ਨੂੰ ਯਾਦ ਰੱਖ, ਵਿਸਾਰ ਨਾ, ਉਹਦਾ ਸਿਮਰਨ ਕਰ, ਉਹਦਾ ਸ਼ੁਕਰਾਨਾ ਕਰ, ਜਿਹਨੇ ਇੰਨੀਆਂ ਤੈਨੂੰ ਦਾਤਾਂ ਨਿਆਮਤਾਂ ਬਖਸ਼ੀਆਂ, ਸੁੱਖ ਸਹੂਲਤਾਂ ਦਿੱਤੀਆਂ, ਤੇਰੇ ਮਨ ਦਾ ਸੁੱਖ ਦਿੱਤਾ। ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਇਸ ਕਰਕੇ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ, ਗੁਰੂ ਵਾਲੇ ਬਣੀਏ ਅਤੇ ਗੁਰਬਾਣੀ ਦੇ ਨਾਲ ਜੁੜੀਏ। ਗੁਰਬਾਣੀ ਨੂੰ ਆਪ ਪੜ੍ਹੀਏ, ਪਰਿਵਾਰ ਦੇ ਵਿੱਚ ਬਹਿ ਕੇ ਪੜ੍ਹੀਏ, ਬੱਚਿਆਂ ਨੂੰ ਪੜ੍ਹਾਈਏ ਤਾਂ ਕਿ ਅਸੀਂ ਵੀ ਸੁਖੀ ਹੋਈਏ, ਸਾਡਾ ਪਰਿਵਾਰ ਵੀ ਸੁਖੀ ਹੋਵੇ। ਜਿੱਥੇ ਨਾਮ ਬਾਣੀ ਆ ਗਈ, ਜਿੱਥੇ ਨਾਮ ਬਾਣੀ ਦਾ ਪ੍ਰਭਾਵ ਚੱਲ ਪਿਆ, ਉੱਥੇ ਫਿਰ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹਨ। ਜਿੱਥੇ ਨਾਮ ਬਾਣੀ ਦਾ ਪ੍ਰਭਾਵ ਨਹੀਂ ਹੈ, ਜਿੱਥੇ ਨਾਮ ਬਾਣੀ ਦਾ ਸਿਮਰਨ ਨਹੀਂ ਹੈ, ਉੱਥੇ ਦੁੱਖ ਰੋਗ ਸਾਰੇ ਕਲ ਕਲੇਸ਼ ਆ ਚੰਬੜਦੇ ਹਨ। ਅਸੀਂ ਬਾਣੀ ਪੜ੍ਹੀਏ, ਬਾਣੀ ਨਾਲ ਜੁੜੀਏ, ਨਾਮ ਬਾਣੀ ਦੇ ਨਾਲ ਜੁੜੀਏ ਅਤੇ ਨਾਮ ਬਾਣੀ ਨਾਲ ਜੁੜ ਕੇ ਆਪਣੇ ਲੋਕ ਸੁਖੀਏ, ਪਰਲੋਕ ਸਹੇਲੇ ਕਰ ਲਈਏ। ਸਤਿਗੁਰੂ ਜੀ ਰਹਿਮਤਾਂ ਬਰਸਾਉਣ, ਸਾਡਾ ਮਨ ਹਿਰਦਾ ਗੁਰੂ ਚਰਨਾਂ ਨਾਲ ਜੁੜ ਕੇ ਅਸੀਂ ਆਪਣੇ ਲੋਕ ਸੁਖੀਏ, ਪਰਲੋਕ ਸਹੇਲੇ ਕਰ ਲਈਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ।